ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਵਿਸ਼ਾ ਹੈ ਗੁਆਚਿਆ ਮੁੰਡਾ, ਜੋ ਕਿ ਇੱਕ ਕਿਸ਼ੋਰ ਨਾਵਲ ਹੈ ਅਤੇ ਇਸ ਦੇ ਲੇਖਕ ਹਨ ਜਗਦੀਸ਼ ਕੌਸ਼ਲ। ਅੱਜ ਅਸੀਂ ਇਸ ਨਾਵਲ ਦੇ ਕਥਾਨਕ ਅਤੇ ਵਿਸ਼ਾ ਵਸਤੂ ਬਾਰੇ ਗੱਲ ਕਰਾਂਗੇ। ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਵਿਸ਼ਾ ਵਸਤੂ ਅਤੇ ਕਥਾਨਕ ਦਾ ਫਰਕ ਸਮਝਣਾ ਵੀ ਲਾਜ਼ਮੀ ਹੈ। ਵਿਸ਼ਾ ਵਸਤੂ ਵਿੱਚ ਉਹ ਸਾਰੀਆਂ ਗੱਲਾਂ ਹੋਣਗੀਆਂ ਜੋ ਕਿਸੇ ਨਾਵਲ, ਕਹਾਣੀ ਜਾਂ ਕਵਿਤਾ ਦਾ ਕੇਂਦਰੀ ਮਸਲਾ ਹੁੰਦਾ ਹੈ, ਜਾਂ ਵੱਖ-ਵੱਖ ਜੋ ਉਸ ਵਿੱਚ ਮਸਲੇ, ਸਰੋਕਾਰ, ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੁੰਦਾ ਹੈ, ਜਿਨ੍ਹਾਂ ਬਾਰੇ ਗੱਲ ਕੀਤੀ ਗਈ ਹੁੰਦੀ ਹੈ, ਉਹ ਵਿਸ਼ਾ ਵਸਤੂ ਵਿੱਚ ਆਏਗਾ। ਕਥਾਨਕ ਵੱਖ-ਵੱਖ ਜੋ ਘਟਨਾਵਾਂ ਵਾਪਰਦੀਆਂ ਨਾਵਲ ਦੇ ਵਿੱਚ, ਕਹਾਣੀ ਦੇ ਵਿੱਚ, ਉਹਨਾਂ ਦਾ ਸਿਲਸਿਲੇਵਾਰ ਜੋ ਵਿਉਂਤਬੰਦੀ ਕੀਤੀ ਜਾਂਦੀ ਹੈ, ਉਸ ਨੂੰ ਅਸੀਂ ਕਥਾਨਕ ਬੋਲਦੇ ਹਾਂ। ਸੋ ਪਹਿਲਾਂ ਅਸੀਂ ਵਿਸ਼ੇ ਵਸਤੂ 'ਤੇ ਗੱਲ ਕਰਾਂਗੇ ਅਤੇ ਇਹ ਵੀ ਦੱਸ ਦਈਏ ਕਿ ਪ੍ਰੀਖਿਆ ਦੇ ਵਿੱਚ ਇਸ ਨਾਵਲ ਵਿੱਚੋਂ ਜੋ ਵੱਡਾ ਪ੍ਰਸ਼ਨ ਆਉਣਾ ਹੈ 8 ਨੰਬਰ ਦਾ, ਉਹ ਵਿਸ਼ਾ ਵਸਤੂ ਦੇ ਸੰਬੰਧੀ ਵੀ ਹੋ ਸਕਦਾ ਹੈ, ਕਹਾਣੀ ਦਾ ਜੋ ਸਾਰ ਹੈ ਇਸ ਨਾਵਲ ਦੇ ਵਿੱਚ ਉਹਦੇ ਸੰਬੰਧੀ ਵੀ ਹੋ ਸਕਦਾ ਹੈ, ਕਥਾਨਕ ਸੰਬੰਧੀ ਵੀ ਹੋ ਸਕਦਾ ਹੈ ਅਤੇ ਚਰਿੱਤਰ ਚਿੱਤਰਨ ਸੰਬੰਧੀ ਵੀ, ਜਿਸ ਦਾ ਅਸੀਂ ਅਗਲੇ ਵੀਡੀਓ ਵਿੱਚ, ਅਗਲੀ ਆਡੀਓ ਵਿੱਚ ਜ਼ਿਕਰ ਕਰਾਂਗੇ। ਸੋ ਜੇ ਗੱਲ ਵਿਸ਼ਾ ਵਸਤੂ ਦੀ ਕਰੀਏ, ਇਸ ਨਾਵਲ ਦਾ ਵਿਸ਼ਾ ਵਸਤੂ ਉਸ ਕਿਸ਼ੋਰ ਮੁੰਡੇ, ਉਸ ਬਚਪਨ ਦੀ ਕਹਾਣੀ ਹੈ ਜਾਂ ਉਸ 'ਤੇ ਕੇਂਦਰਿਤ ਹੈ, ਜੋ ਕਿ ਅੰਧ ਵਿਸ਼ਵਾਸਾਂ ਦੇ ਵਿੱਚ ਅਤੇ ਗੈਬੀ ਸ਼ਕਤੀਆਂ ਦੇ ਪਿੱਛੇ ਲੱਗ ਕੇ, ਮਿਹਨਤ ਨੂੰ ਛੱਡ ਕੇ ਜ਼ਿੰਦਗੀ ਨੂੰ ਗਲਤ ਲੀਹੇ ਤੋਰ ਬੈਠਾ ਹੈ, ਜਿਸ ਦੇ ਨਾਲ ਉਸ ਨੂੰ ਝੂਠ ਬੋਲਣ ਵਰਗੀਆਂ ਆਦਤਾਂ ਉਸ ਵਿੱਚ ਡਿਵੈਲਪ ਹੋ ਗਈਆਂ ਨੇ, ਜਿਸ ਦੇ ਨਾਲ ਉਹਦੇ ਵਿੱਚੋਂ ਮਿਹਨਤ ਕਰਨ ਦੀ ਜਿਹੜੀ ਹੈਗੀ ਆ ਭਾਵਨਾ, ਉਹ ਬਿਲਕੁਲ ਖਤਮ ਹੋ ਗਈ ਹੈ। ਅਜਿਹੇ ਬੱਚੇ ਦੇ ਉੱਤੇ ਕੇਂਦਰਿਤ ਇਸ ਦੀ ਕਹਾਣੀ ਹੈ, ਜਿਸ ਦੇ ਵਿੱਚ ਅਸੀਂ ਅਗਰ ਵੱਖ-ਵੱਖ ਵਿਸ਼ਿਆਂ ਨੂੰ ਦੇਖੀਏ ਤਾਂ ਮੁੱਖ ਵਿਸ਼ਾ ਇਹੀ ਹੈ ਕਿ ਜੋ ਬੱਚੇ ਗਲਤ ਰਾਹ 'ਤੇ ਤੁਰ ਪੈਂਦੇ ਨੇ, ਅਤੇ ਉਹ ਗਲਤ ਰਾਹ ਇਸ ਤਰ੍ਹਾਂ ਦਾ ਵੀ ਹੋ ਸਕਦਾ ਕਿ ਵਹਿਮਾਂ ਭਰਮਾਂ ਦੇ ਪਿੱਛੇ ਲੱਗ ਜਾਂਦੇ ਨੇ, ਜਾਂ ਫਿਰ TV ਦੇ ਵਿੱਚ ਚੱਲਣ ਵਾਲੇ ਚਮਤਕਾਰੀ ਜੋ ਨਾਟਕ ਨੇ, ਜੋ ਚਮਤਕਾਰਾਂ ਨਾਲ, ਗੈਬੀ ਸ਼ਕਤੀਆਂ ਨਾਲ ਹੁੰਦੇ ਕੰਮ ਨੂੰ ਦਿਖਾਉਂਦੇ ਨੇ, ਉਹਨਾਂ ਦੇ ਪਿੱਛੇ ਲੱਗ ਕੇ ਜੀਵਨ ਦੇ ਵਿੱਚੋਂ ਅਸਲੀ ਮਿਹਨਤ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਛੱਡ ਦਿੰਦੇ ਨੇ ਅਤੇ ਹਰ ਚੀਜ਼ ਚਮਤਕਾਰੀ ਢੰਗ ਦੇ ਨਾਲ ਪ੍ਰਾਪਤ ਕਰਨਾ ਚਾਹੁੰਦੇ ਨੇ। ਸੋ ਇਸ ਤਰ੍ਹਾਂ ਦੇ ਭਟਕੇ ਹੋਏ ਬੱਚੇ ਦੀ ਇਹ ਕਹਾਣੀ ਹੈ, ਜਿਹਦੇ ਵਿੱਚ ਘੋਗਾ ਹੈ ਜੋ ਮੇਨ ਪਾਤਰ ਹੈ ਇਸ ਨਾਵਲ ਦਾ, ਜਿਸ ਦਾ ਅਸਲੀ ਨਾਂ ਦਰਸ਼ਨ ਹੈ, ਜੋ ਕਿ 1 ਜਾਂ 2 ਜਗ੍ਹਾ ਹੀ ਇਸ ਨਾਵਲ ਦੇ ਵਿੱਚ ਆਇਆ ਹੈ। 22 ਕਾਂਡਾਂ ਵਿੱਚ ਇਹ ਨਾਵਲ ਪੂਰਾ ਹੁੰਦਾ ਹੈ। ਘੋਗਾ ਨਾਂ ਦਾ ਜੋ ਮੁੰਡਾ ਹੈ 6ਵੀਂ ਜਮਾਤ ਵਿੱਚ ਪੜ੍ਹਦਾ ਹੈ, ਜੋ ਕਿ ਗੈਬੀ ਸ਼ਕਤੀਆਂ ਅਤੇ ਅੰਧ ਵਿਸ਼ਵਾਸਾਂ ਦੇ ਪਿੱਛੇ ਲੱਗਿਆ ਹੋਣ ਕਰਕੇ ਪੜ੍ਹਾਈ ਵੱਲੋਂ ਪੂਰੀ ਤਰ੍ਹਾਂ ਬੇਮੁਖ ਹੈ। ਉਸ ਦਾ ਬਾਪ ਨਹੀਂ ਹੈ, ਉਸ ਦੀ ਮਾਂ ਬੜੀ ਮੁਸ਼ਕਲ ਨਾਲ ਉਸ ਨੂੰ ਪਾਲਦੀ ਹੈ। ਉਹ ਇਸ ਗੱਲੋਂ ਬਹੁਤ ਚਿੰਤਤ ਹੈ ਕਿ ਉਸ ਦਾ ਮੁੰਡਾ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ, ਫੇਲ ਹੋ ਜਾਂਦਾ ਹੈ। ਵਾਪਰਦਾ ਕੀ ਹੈ ਕਿ ਉਹ ਬਾਰ-ਬਾਰ ਅਜਿਹੀਆਂ ਸ਼ਕਤੀਆਂ ਦੇ ਪਿੱਛੇ ਲੱਗ ਕੇ ਹੀ ਆਪਣੀ ਜੋ ਹੈਗੀ ਆ ਮਨਸੂਬੇ ਪੂਰੇ ਕਰਨਾ ਚਾਹੁੰਦਾ ਹੈ, ਆਪਣੇ ਕੰਮ ਪੂਰੇ ਕਰਾਉਣਾ ਚਾਹੁੰਦਾ ਹੈ, ਉਹ ਮਿਹਨਤ ਨਹੀਂ ਕਰਦਾ। ਸੋ ਇਸ ਤਰ੍ਹਾਂ ਦੀ ਜਿਹੜੀ ਨਾਵਲਕਾਰ ਨੇ, ਲੇਖਕ ਨੇ ਇਸ ਸਮੱਸਿਆ ਨੂੰ ਲਿਆ ਹੈ, ਇਹ ਸਾਨੂੰ ਕਿਤੇ ਨਾ ਕਿਤੇ ਅੱਜ ਦੇ ਦੌਰ ਵਿੱਚ ਮਿਹਨਤ ਦੇ ਰਸਤੇ ਤੋਂ ਭਟਕੇ ਜੋ ਵਿਦਿਆਰਥੀ ਨੇ, ਜੋ ਬੱਚੇ ਨੇ, ਉਹਨਾਂ ਦੀ ਪ੍ਰਤੀਨਿਧਤਾ ਕਰਦੇ ਪਾਤਰ ਬਾਰੇ ਸਾਡੇ ਨਾਲ ਗੱਲ ਕਰ ਰਿਹਾ ਹੈ, ਜਿਸ ਨੂੰ ਪੜ੍ਹ ਕੇ, ਜਿਸ ਨੂੰ ਜਾਣ ਕੇ ਜਿਹੜਾ ਕਿਸ਼ੋਰ ਬਾਲ ਮਨ ਹੈ, ਉਸ ਦੇ ਵਿੱਚ ਇਹ ਗੱਲ ਆ ਸਕਦੀ ਹੈ ਕਿ ਹਾਂ, ਅਸਲੀ ਰਸਤਾ ਮਿਹਨਤ ਦਾ ਹੀ ਹੈ। ਇਹਦੇ ਵਿੱਚ ਕਹਾਣੀ ਜੋ ਅੱਗੇ ਜਦੋਂ ਵੱਧਦੀ ਹੈ, ਕਥਾਨਕ ਦੇ ਵਿੱਚ ਅਸੀਂ ਉਸ ਢੰਗ ਨਾਲ ਜ਼ਿਕਰ ਕਰਾਂਗੇ। ਵਿਸ਼ੇ ਵਸਤੂ ਦੇ ਵਿੱਚ ਅਸੀਂ ਇਹੀ ਮੇਨ ਗੱਲ ਹੈ ਕਿ ਜਿਹੜਾ ਬੱਚਾ ਹੈ ਉਹ ਮਿਹਨਤ ਦੇ ਰਸਤੇ ਤੋਂ ਭਟਕ ਕੇ ਜਿਨ੍ਹਾਂ ਰਸਤਿਆਂ 'ਤੇ ਪਿਆ ਹੈ, ਉਸ ਦਾ ਜ਼ਿਕਰ ਲੇਖਕ ਨੇ ਕੀਤਾ ਹੈ। ਦੂਸਰੇ ਨੰਬਰ 'ਤੇ ਲੇਖਕ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਅਸਲੀ ਸਫਲਤਾ ਦੀ ਕੁੰਜੀ ਮਿਹਨਤ ਹੈ। ਜੋ ਵੀ ਅੰਧ ਵਿਸ਼ਵਾਸ ਜਾਂ ਚਮਤਕਾਰੀ ਗੱਲਾਂ ਜੋ ਅਸੀਂ TV ਦੇ ਵਿੱਚ ਦੇਖਦੇ ਆ ਬੱਚੇ ਖਾਸ ਕਰਕੇ, ਤਾਂ ਬੜੀਆਂ ਹੀ ਘਾਤਕ ਸਾਬਤ ਹੋ ਰਹੀਆਂ ਨੇ ਬੱਚਿਆਂ ਨੂੰ। ਇਸ ਤਰ੍ਹਾਂ ਦੀ ਉਹਨਾਂ ਦੀ ਮਾਨਸਿਕਤਾ ਤਿਆਰ ਕੀਤੀ ਜਾ ਰਹੀ ਹੈ, ਜਿਹਦੇ ਨਾਲ ਉਹ ਹੱਥੀਂ ਕੰਮ ਕਰਨ ਅਤੇ ਮਿਹਨਤ ਕਰਨ ਤੋਂ ਕਤਰਾਉਣ ਲੱਗੇ ਨੇ, ਅਤੇ ਉਹਨਾਂ ਨੂੰ ਲੱਗਦਾ ਕਿ ਹਰ ਕੰਮ ਗੈਬੀ ਸ਼ਕਤੀਆਂ ਤੋਂ ਕਰਵਾਇਆ ਜਾ ਸਕਦਾ ਹੈ। ਇਸ ਚੀਜ਼ ਨੂੰ ਵੀ ਲੇਖਕ ਨੇ ਵਿਸ਼ਾ ਵਸਤੂ ਦਾ ਹਿੱਸਾ ਬਣਾਇਆ ਹੈ। ਜੇ ਉਸ ਤੋਂ ਅਸੀਂ ਅਗਲਾ ਪੁਆਇੰਟ ਦੇਖੀਏ ਕਿ ਵਿਸ਼ੇ ਵਸਤੂ ਵਿੱਚ ਲੇਖਕ ਕੀ ਲੈਂਦਾ ਹੈ, ਵਿਸ਼ੇ ਵਸਤੂ ਵਿੱਚ ਲੇਖਕ ਇਹ ਵੀ ਲੈਂਦਾ ਹੈ, ਜਿਸ ਤਰ੍ਹਾਂ ਕਿ ਉਸਦੇ ਦੋਸਤ ਇਕਬਾਲ ਦੇ ਫਾਦਰ ਦੇ ਰਾਹੀਂ ਗੱਲ ਆਉਂਦੀ ਹੈ, ਜੋ ਕਿ ਤਰਕਸ਼ੀਲ ਢੰਗ ਦੇ ਨਾਲ
ਘੋਗੇ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਕਿ ਜਿਹੜੀਆਂ ਗੱਲਾਂ ਬਾਰੇ ਅਸੀਂ ਵਾਰ-ਵਾਰ ਸੋਚਦੇ ਹਾਂ, ਦੇਖਦੇ ਹਾਂ, ਉਹ ਸਾਡੀ ਮਾਨਸਿਕਤਾ ਨੂੰ ਆਪਣੀ ਪਕੜ ਵਿੱਚ ਲੈ ਲੈਂਦੀਆਂ ਨੇ ਅਤੇ ਕਈ ਵਾਰੀ ਸਬੱਬੀ ਹੋਇਆ ਕੋਈ ਕੰਮ ਵੀ ਸਾਨੂੰ ਲੱਗਦਾ ਕਿ ਸਾਡੀਆਂ ਉਸ ਗੈਬੀ ਸ਼ਕਤੀਆਂ ਨੇ ਕਰਵਾ ਦਿੱਤਾ। ਅਸਲ ਵਿੱਚ ਸਾਰੀ ਖੇਡ ਮਨ ਦੀ ਹੁੰਦੀ ਹੈ, ਸਾਰੀ ਘਾੜਤ ਮਨ ਦੀ ਹੁੰਦੀ ਹੈ। ਅਗਰ ਤੁਸੀਂ ਉਸ ਮਨ ਨੂੰ ਇਹ ਬਣਾ ਲਿਆ ਕਿ ਇਹ ਨਕਾਰਾ ਹੈ, ਕੁਛ ਨਹੀਂ ਕਰ ਸਕਦਾ, ਮੈਂ ਨਕਾਰਾ ਹਾਂ, ਮੈਂ ਕੁਛ ਨਹੀਂ ਪ੍ਰਾਪਤ ਕਰ ਸਕਦਾ, ਤਾਂ ਤੁਸੀਂ ਢਹਿੰਦੀ ਕਲਾ 'ਚ ਚਲੇ ਜਾਓਗੇ। ਅਗਰ ਉਸੇ ਮਨ ਨੂੰ ਤੁਸੀਂ ਕਿਸੇ ਚਾਹੇ ਭਰਮ ਸਿਰਜ ਕੇ ਹੀ ਉਸ ਨੂੰ ਮਤਲਬ ਕੇਂਦਰਿਤ ਕਰ ਲਿਆ ਇਸ ਗੱਲ 'ਤੇ ਕਿ ਮੈਂ ਇਸ ਚੀਜ਼ ਨੂੰ ਪ੍ਰਾਪਤ ਕਰਨਾ ਹੈ, ਤਾਂ ਤੁਸੀਂ ਪ੍ਰਾਪਤ ਕਰ ਲਓਗੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਅਲੱਗ-ਅਲੱਗ ਵਿਸ਼ੇ ਛੋਹੇ ਨੇ ਲੇਖਕ ਨੇ, ਜਿਹੜੇ ਕਿ ਇੱਕ ਬਾਲ ਮਨ ਨੂੰ, ਕਿਸ਼ੋਰ ਮਨ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ। ਅਤੇ ਇੱਕ ਤਰ੍ਹਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਇੱਕ ਵਿਸ਼ਾ ਇਹ ਵੀ ਇੱਥੇ ਬਣਦਾ ਹੈ ਕਿ ਮਾਪੇ ਜਿਹੜੇ ਹੈ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਵੇਲੇ ਇਸ ਗੱਲ ਵੱਲ ਵੀ ਧਿਆਨ ਦੇਣ ਕਿ ਕਿਸ਼ੋਰ ਮਨ ਦੇ ਵੇਲੇ, ਕਿਸ਼ੋਰ ਮਨ ਵਿੱਚ ਜਦੋਂ ਉਸ ਦਾ ਬੱਚਾ ਹੁੰਦਾ ਹੈ, ਬਾਲ ਮਨ ਦੇ ਜਿਹੜਾ ਉਸ ਦਾ ਹੁੰਦਾ ਹੈ, ਉਸ ਉੱਤੇ ਕਿਹੜੀਆਂ ਗੱਲਾਂ ਦਾ ਕੀ ਅਸਰ ਪੈਂਦਾ ਹੈ। ਕਈ ਵਾਰੀ ਪੇਰੈਂਟਸ ਹੈ ਜੋ ਆਪਣੇ ਕੰਮਾਂ ਵਿੱਚ ਇੰਨੇ ਵਿਅਸਤ ਹੋ ਜਾਂਦੇ ਨੇ ਕਿ ਉਹ ਨਹੀਂ ਦੇਖਦੇ ਕਿ ਟੀਵੀ ਦੇ ਉੱਤੇ ਜੋ ਪ੍ਰੋਗਰਾਮ ਬੱਚਾ ਦੇਖ ਰਿਹਾ ਹੈ ਉਸ ਦੇ ਕਿਹੜੇ ਨੈਗੇਟਿਵ ਪ੍ਰਭਾਵ ਨੇ ਜੋ ਉਹ ਬੱਚੇ 'ਤੇ ਪੈ ਸਕਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਇਹਦੇ ਵਿੱਚੋਂ ਅਲੱਗ-ਅਲੱਗ ਜਿਹੜਾ ਹੈਗਾ ਵਿਸ਼ੇ ਆ ਉਹ ਦੇਖਦੇ ਹਾਂ ਕਿ ਲੇਖਕ ਨੇ ਅਲੱਗ-ਅਲੱਗ ਵਿਸ਼ੇ ਛੋਹਣ ਦਾ ਯਤਨ ਕੀਤਾ ਹੈ। ਹੁਣ ਜੇ ਅਸੀਂ ਗੱਲ ਕਥਾਨਕ ਦੀ ਕਰੀਏ, ਇਹ ਜਿਹੜੇ ਅਲੱਗ-ਅਲੱਗ ਵਿਸ਼ੇ ਲੇਖਕ ਨੇ ਇਸ ਨਾਵਲ ਦੇ ਵਿੱਚ ਦਿਖਾਏ ਨੇ, ਉਹਨਾਂ ਵਿਸ਼ਿਆਂ ਨੂੰ ਦਿਖਾਉਣ ਦੇ ਲਈ ਉਸਨੇ ਘਟਨਾਵਾਂ ਦਾ ਇੱਕ ਤਾਣਾ ਬਾਣਾ ਬੁਣਿਆ ਹੈ, ਉਸ ਨੂੰ ਅਸੀਂ ਕਥਾਨਕ ਕਹਿੰਦੇ ਹਾਂ। ਅਤੇ ਜਿਹਦੇ ਵਿੱਚ ਅਸੀਂ ਉਹ ਸਾਰਾ ਜ਼ਿਕਰ ਕਰਾਂਗੇ ਜੋ 22 ਕਾਂਡਾਂ ਦੇ ਵਿੱਚ ਫੈਲਿਆ ਹੋਇਆ ਇਹਨਾਂ ਘਟਨਾਵਾਂ ਦਾ ਫੈਲਾਅ ਹੈ ਕਿ ਕਿਵੇਂ ਘੋਗਾ ਸ਼ੁਰੂ ਵਿੱਚ ਬੈਠਾ ਟੀਵੀ ਦੇਖ ਰਿਹਾ, ਲਾਪਰਵਾਹੀ ਨਾਲ ਰੋਟੀ ਖਾ ਰਿਹਾ, ਉਹਦੀ ਮਾਂ ਚਿੰਤਤ ਆ, ਉਸ ਨੂੰ ਬਾਰ-ਬਾਰ ਪੜ੍ਹਨ ਲਈ ਕਹਿ ਰਹੀ ਆ ਅਤੇ ਲੇਕਿਨ ਉਹ ਰੋਟੀ ਖਾਣ ਵੇਲੇ ਵੀ ਧਿਆਨ ਨਹੀਂ ਦੇ ਰਿਹਾ। ਉਸ ਨੂੰ ਵਾਰ-ਵਾਰ ਜਦੋਂ ਉਸ ਦੀ ਮਾਂ ਟੋਕਦੀ ਹੈ ਟੀਵੀ ਦੇਖਣ ਤੋਂ ਤਾਂ ਉਹ ਬੜਾ ਬੇਪਰਵਾਹੀ ਨਾਲ ਜਵਾਬ ਦਿੰਦਾ ਹੈ। ਇਸ ਤਰ੍ਹਾਂ ਘਟਨਾਵਾਂ ਅੱਗੇ ਚੱਲਦੀਆਂ ਸਕੂਲ ਜਾਂਦਾ ਹੈ। ਫਿਰ ਕਦੇ ਉਹ ਇਹ ਕਹਿੰਦਾ ਕਿ ਮੈਂ ਫਲਾਣੇ ਬਾਬੇ ਨੇ ਮੈਨੂੰ ਕਿਹਾ ਕਿ ਤੂੰ ਪੀਰ ਬਾਬੇ ਦੇ ਮੱਥਾ ਟੇਕੇਂਗਾ, ਸਾਰੇ ਕੰਮ ਸੰਵਰ ਜਾਣਗੇ। ਫਿਰ ਉਹ ਟੀਵੀ ਦੇ ਵਿੱਚ ਜਿਹੜੇ ਇੱਕ ਵਾਰ-ਵਾਰ ਸੋਨ ਕਾਟੋ, ਚੰਦਰਪਰੀ, ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਦੇਖਦਾ ਜਿਹੜੇ ਕਿ ਗੈਬੀ ਸ਼ਕਤੀ ਰੱਖਦੇ ਨੇ, ਉਹਨਾਂ ਦੇ ਪ੍ਰਭਾਵ ਗ੍ਰਹਿਣ ਕਰਦਾ। ਕਿਵੇਂ ਉਹ ਸੋਨ ਕਾਟੋ ਨੂੰ ਲੱਭਦਾ, ਭਟਕਦਾ ਫਿਰਦਾ ਥਾਂ-ਥਾਂ 'ਤੇ, ਕਿਵੇਂ ਉਸ ਨੂੰ ਲੱਗਦਾ ਕਿ ਚੰਦਰਪਰੀ ਜਾਂ ਸੋਨ ਕਾਟੋ ਹੈ ਜੋ ਉਹ ਹੀ ਉਸ 'ਤੇ ਕੰਮ ਸਵਾਰਦੀ ਹੈ। ਉਹਨਾਂ ਦੀ ਸੋਚ ਉਸ ਦੇ ਮਨ 'ਤੇ ਇੰਨੀ ਹਾਵੀ ਹੋ ਜਾਂਦੀ ਹੈ ਕਿ ਉਸ ਨੂੰ ਜਾਪਦਾ ਕਿ ਜੇ ਉਸ ਦਾ ਸਹੀ ਕੰਮ ਹੋ ਰਿਹਾ ਤਾਂ ਉਹ ਸੋਨ ਕਾਟੋ ਜਾਂ ਚੰਦਰਪਰੀ ਕਰਵਾ ਰਹੇ ਨੇ। ਫਿਰ ਕਿਸ ਤਰ੍ਹਾਂ ਜਿਹੜਾ ਹੈ ਇੱਕ ਬੜਾ ਹੀ ਉਹਨੇ ਇਸ ਘਟਨਾ ਦੇ ਵਿੱਚ ਆਪਾਂ ਦੇਖੀਏ ਕਿ ਬੱਚੇ ਦੀ ਇਸ ਗੱਲ ਨੂੰ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਜਿਸ ਸਬਜੈਕਟ ਵਿੱਚ ਉਸ ਦਾ ਇੰਟਰਸਟ ਹੈ ਉਦੋਂ ਉਸ ਨੂੰ ਸਮੇਂ ਦਾ ਪਤਾ ਨਹੀਂ ਚੱਲਦਾ ਅਤੇ ਜਿਹੜੇ ਸਬਜੈਕਟ ਉਸ ਨੂੰ ਔਖੇ ਲੱਗਦੇ ਨੇ ਤਾਂ ਉਹਨਾਂ ਤੋਂ ਉਹ ਕਿਵੇਂ ਕੰਨੀ ਕਤਰਾਉਂਦਾ ਅਤੇ ਉਹ ਕਿਸ ਤਰ੍ਹਾਂ ਉਹ ਸਕੂਲ ਤੋਂ ਦੌੜ ਜਾਂਦਾ ਕਿ ਇੱਕ ਮਦਾਰੀ ਦੇ ਸੰਪਰਕ ਵਿੱਚ ਆਉਂਦਾ, ਉੱਥੇ ਉਸ ਦਾ ਮਜ਼ਾਕ ਬਣਦਾ ਤਾਂ ਉੱਥੇ ਵੀ ਉਸ ਦਾ ਜਿਹੜਾ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਆ ਕਿ ਉੱਥੇ ਵੀ ਉਹਨੂੰ ਲੱਗਦਾ ਕਿ ਮਦਾਰੀ ਦੇ ਨਾਲ ਅਗਰ ਉਹ ਦੋਸਤੀ ਪਾ ਲਵੇ ਤਾਂ ਉਹਦੇ ਕੰਮ ਸੰਵਰ ਸਕਦੇ ਆ। ਸੋ ਇਸ ਤਰ੍ਹਾਂ ਹੀ ਕਰਦਿਆਂ ਇਕਬਾਲ ਦਾ ਜਿਹੜਾ ਫਾਦਰ ਹੈ ਉਸ ਨੂੰ ਤਰਕਸ਼ੀਲ ਢੰਗ ਨਾਲ ਸਮਝਾਉਣ ਦਾ ਯਤਨ ਕਰਦਾ ਅਤੇ ਅਖੀਰ ਫਿਰ ਜਦੋਂ ਉਹ ਇੱਕ ਪ੍ਰਕਿਰਤਕ ਵਿਗਿਆਨਕ ਚਿਕਿਤਸਾਲਿਆ ਦੀ ਜਿਹੜੀ ਹੈਗੀ ਆ ਲੈਬ ਕਹਿ ਸਕਦੇ ਹਾਂ, ਉੱਥੇ ਪਹੁੰਚ ਜਾਂਦਾ ਘੁੰਮਦਾ ਘੁਮਾਉਂਦਾ ਤਾਂ ਉੱਥੇ ਜਿਹੜਾ ਬਾਬਾ ਹੁੰਦਾ, ਇੱਕ ਵਿਗਿਆਨੀ ਬਾਬਾ ਹੁੰਦਾ, ਉਹ ਉਸ ਨੂੰ ਥੋੜ੍ਹੀ ਉਹਦੀ ਕਾਉਂਸਲਿੰਗ ਕਰਦਾ, ਉਹਨੂੰ ਦਵਾਈ ਦੇ ਰੂਪ 'ਚ ਦਿੰਦਾ ਕੁਛ ਅਤੇ ਸਮਝਾਉਣ ਦਾ ਯਤਨ ਕਰਦਾ। ਤਾਂ ਅਖੀਰ ਮਤਲਬ ਇਸ ਤਰ੍ਹਾਂ ਘਟਨਾਵਾਂ ਦਾ ਜਾਲ ਬੁਣਦੇ ਅਲੱਗ-ਅਲੱਗ ਜਿਹੜੇ ਵਿਸ਼ਿਆਂ ਦੀ ਆਪਾਂ ਪਹਿਲੇ ਭਾਗ 'ਚ ਗੱਲ ਕੀਤੀ ਆ, ਉਹਨਾਂ ਵਿਸ਼ਿਆਂ ਨੂੰ ਦਿਖਾਉਣ ਲਈ ਇੱਕ ਘਟਨਾਵਾਂ ਦਾ ਜਾਲ ਬੁਣਿਆ। ਉਹਨਾਂ ਘਟਨਾਵਾਂ ਨੂੰ ਵਿਉਂਤਬੱਧ ਤਰੀਕੇ ਦੇ ਨਾਲ ਲੇਖਕ ਨੇ ਪੇਸ਼ ਕੀਤਾ ਤਾਂ ਇਸ ਨੂੰ ਅਸੀਂ ਕਥਾਨਕ ਕਹਾਂਗੇ। ਸੋ ਅਖੀਰ ਇਹ ਸੁਖਾਂਤਕ ਨਾਵਲ ਹੋ ਨਿਬੜਦਾ ਜਦੋਂ ਜਿਹੜਾ ਹੈਗਾ ਕਿਸ਼ੋਰ ਬਾਲ ਜਿਹੜਾ ਮਤਲਬ ਘੋਗਾ ਹੁੰਦਾ ਉਹ ਅਖੀਰ ਦੇ ਉੱਤੇ ਇਹ ਰਿਅਲਾਈਜ਼ ਕਰ ਲੈਂਦਾ ਕਿ ਕੁਝ ਵੀ ਜਿਹੜਾ ਹੈਗਾ ਅੰਧ ਵਿਸ਼ਵਾਸਾਂ ਨਾਲ, ਪੀਰ ਬਾਬਿਆਂ ਦੇ ਮੱਥਾ ਟੇਕਣ ਨਾਲ ਜਾਂ ਚੰਦਰਪਰੀ ਜਾਂ ਸੋਨ ਕਾਟੋ ਦੀ ਮਦਦ ਨਾਲ ਨਹੀਂ ਕੀਤਾ ਜਾ ਸਕਦਾ।
ਇਹ ਸਾਰੀ ਮਨ ਦੀ ਅਵਸਥਾ ਹੁੰਦੀ ਹੈ ਜਿਸ ਨੂੰ ਕਾਬੂ ਵਿੱਚ ਕਰਨ ਦੀ ਲੋੜ ਆ। ਸੋ ਇੱਕ ਤਰ੍ਹਾਂ ਦੇ ਨਾਲ ਲੇਖਕ ਨੇ ਅਲੱਗ-ਅਲੱਗ ਘਟਨਾਵਾਂ ਦੇ ਵਿੱਚੋਂ ਦੀ ਗੁਜ਼ਰਦੇ ਹੋਏ ਸਾਰੇ ਹਾਲਾਤ ਪੇਸ਼ ਕਰਦੇ ਹੋਏ ਅਖੀਰ ਦੇ ਉੱਤੇ ਗੁੱਥੀ ਨੂੰ ਸੁਲਝਾਇਆ, ਕਿਉਂਕਿ ਕਥਾਨਕ ਦਾ ਮਤਲਬ ਵੀ ਹੁੰਦਾ ਕਿ ਘਟਨਾਵਾਂ ਦੀ ਪਹਿਲਾਂ ਜਿਹੜੀ ਹੈਗੀ ਆ ਉਲਝਦੀਆਂ ਨੇ, ਜਦੋਂ ਉਹ ਵਾਰ-ਵਾਰ ਉਹਦੇ ਮਨ 'ਚ ਪੈਦਾ ਹੁੰਦਾ ਕਿ ਮੈਂ ਗੈਬੀ ਢੰਗ ਨਾਲ ਹੀ ਕੁਝ ਕਰਵਾ ਸਕਦਾ, ਉੱਥੋਂ ਉਲਝਣ ਪੈਦਾ ਹੋਣੀ ਸ਼ੁਰੂ ਹੁੰਦੀ ਆ। ਫਿਰ ਉਹ ਵੱਧਦੀ ਜਾਂਦੀ ਹੈ ਜਦੋਂ ਉਹਨਾਂ ਦੇ ਪਿੱਛੇ ਉਹ ਦੌੜਦਾ, ਉਹਨਾਂ ਨੂੰ ਲੱਭਦਾ ਅਤੇ ਅਖੀਰ ਉਹ ਸੁਲਝ ਜਾਂਦੀ ਆ। ਸੋ ਕਥਾਨਕ ਜਿਹੜਾ ਇਸ ਤਰ੍ਹਾਂ ਨਾਲ ਪੂਰਾ ਹੁੰਦਾ ਅਤੇ ਅਖੀਰ ਮਤਲਬ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਇਹ ਨਾਵਲ ਆ, ਕਿਤੇ ਕਿਤੇ ਇਹਦੀ ਜਿਹੜੀ ਤੰਦ ਹੈਗੀ ਆ ਘਟਨਾਵਾਂ ਦੀ, ਉਹ ਢਿੱਲੀ ਵੀ ਪੈਂਦੀ ਆ ਜਦੋਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਵਿਸਤਾਰ ਦਿੱਤਾ ਜਾਂਦਾ, ਜਾਂ ਫਿਰ ਜਦੋਂ ਕਈ ਵਾਰੀ ਲੱਗਦਾ ਕਿ ਉਹ ਇੱਕਦਮ ਉਹ ਲੜਕਾ ਪੋਜੀਟਿਵ ਪ੍ਰਭਾਵ ਕਿਵੇਂ ਗ੍ਰਹਿਣ ਕਰ ਲੈਂਦਾ। ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਇਸ ਨਾਵਲ ਦਾ ਕਥਾਨਕ ਹੈ ਜੋ ਲੇਖਕ ਨੇ ਬਹੁਤ ਵਧੀਆ ਸਿਰਜਿਆ ਹੈ, ਸੰਜਮ ਦੇ ਨਾਲ ਸਿਰਜਿਆ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਕਥਾਨਕ ਅਤੇ ਵਿਸ਼ਾ ਵਸਤੂ ਦੇ ਅੰਤਰ ਨੂੰ ਸਮਝਦੇ ਹੋਏ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰਨ ਵੇਲੇ ਧਿਆਨ ਰੱਖਾਂਗੇ। ਸੋ ਧੰਨਵਾਦ।